Hello student, welcome on my Learn Short and English Punjabi and Hindi YouTube channel। ਤੇ ਅੱਜ ਅਸੀਂ ਕਰਾਂਗੇ ਚੈਪਟਰ 24 ਦੀ ਡਬਲਿੰਗ ਪ੍ਰਿੰਸੀਪਲ। ਇਸ ਚੈਪਟਰ ਦੇ ਮੁਤਾਬਕ ਅਸੀਂ ਕਿਸੇ ਵੀ ਸਟ੍ਰੋਕ ਨੂੰ TR, DR, DR ਤੇ TURE ਦੀ ਸਾਊਂਡ ਟਰ ਵਾਸਤੇ ਡਬਲ ਕਰ ਸਕਦੇ ਹਾਂ। ਜਿਵੇਂ ਕਿ ਵਰਡ ਫਾਈ ਅਸੀਂ ਲਿਖਦੇ ਹਾਂ ਐਫ ਅਤੇ ਆਈ ਵੋਲ ਅਬਵ ਦਾ ਲਾਈਨ, ਬਟ ਫਾਈਟਰ ਟਰ ਵਾਸਤੇ ਇਹਨੂੰ ਅਸੀਂ ਐਫ ਨੂੰ ਡਬਲ ਕਰ ਦਾਂਗੇ। ਜਦੋਂ ਡਾਊਨ ਸਟ੍ਰੋਕ ਨੂੰ ਅਸੀਂ ਡਬਲ ਕਰਦੇ ਹਾਂ ਫਿਰ ਉਹਦੇ ਨਾਲ ਚਾਹੇ ਫਸਟ ਪਲੇਸ ਵਾਵਲ ਹੈ, ਚਾਹੇ ਸੈਕਿੰਡ ਹੈ, ਚਾਹੇ ਥਰਡ ਪਲੇਸ, ਹਮੇਸ਼ਾ ਥਰੂ ਦਾ ਲਾਈਨ ਲਿਖਦੇ ਹਾਂ। ਸੋ ਨੈਕਸਟ ਵਰਡ ਹੈ 10, ਟੀ ਨੂੰ ਐਨ ਹੁੱਕ, ਸੈਕਿੰਡ ਪਲੇਸ ਵਾਲਾ ਔਨ ਦਾ ਲਾਈਨ 10, ਬਟ ਟੈਂਡਰ ਡਰ ਵਾਸਤੇ ਇਹਨੂੰ ਡਬਲ ਕਰ ਦਾਂਗੇ ਟੈਂਡਰ। ਫਸਟ ਸੈਕਿੰਡ ਥਰਡ ਪਲੇਸ ਉਸੇ ਤਰ੍ਹਾਂ ਹੀ ਰਹਿਣਗੀਆਂ ਜਿਵੇਂ ਕਿ ਸਿੰਗਲ ਸਟ੍ਰੋਕ ਦੀਆਂ ਹੀ। ਡਬਲਿੰਗ ਸਟ੍ਰੋਕ ਦੇ ਵਿੱਚ ਫਸਟ ਸੈਕਿੰਡ ਥਰਡ ਪਲੇਸ ਉਸ ਤਰ੍ਹਾਂ ਹੀ ਹੋ ਜਾਂਦੀ ਹੈ ਡਬਲ ਲੈਂਥ ਦੇ ਅਕੋਰਡਿੰਗ। ਜਿਵੇਂ ਕਿ ਵਰਡ ਅੱਗੇ ਨੈਕਸਟ ਲੈਂਦੇ ਹਾਂ ਨਾਈ, NI, ਬਟ ਦਰ ਵਾਸਤੇ ਇਹਨੂੰ ਅਸੀਂ ਡਬਲ ਕਰ ਦਾਂਗੇ ਜਿਵੇਂ ਕਿ ਨਾਈਦਰ। ਸੋ ਇਸ ਤਰ੍ਹਾਂ ਅਸੀਂ ਕਿਸੇ ਵੀ ਸਟ੍ਰੋਕ ਨੂੰ ਟਰ ਡਰ ਦਰ ਚਰ ਵਾਸਤੇ ਡਬਲ ਕਰ ਸਕਦੇ ਹਾਂ। ਜਿਵੇਂ ਕਿ ਨੈਕਸਟ ਵਰਡ ਟਰੈਕ ਤੇ ਟਰੈਕਟਰ, ਕੇ ਨੂੰ ਅਸੀਂ ਟਰ ਵਾਸਤੇ ਡਬਲ ਕਰ ਦਾਂਗੇ ਤਾਂ ਵਰਡ ਦੀ ਆਊਟਲਾਈਨ ਬਣ ਜਾਏਗੀ ਟਰੈਕਟਰ। ਸੋ ਨੈਕਸਟ ਵਰਡ ਹੈ ਸੀਕ। ਤੋ ਨੈਕਸਟ ਸੀਕ ਤੇ ਅੱਗੇ ਵਰਡ ਬਣਦਾ ਹੈਗਾ ਸੈਕਟਰ। ਜੇ ਅਸੀਂ ਸੈਕ ਲਿਖੀਏ ਤਾਂ ਇੰਜ ਲਿਖਾਂਗੇ, ਬਟ ਟਰ ਵਾਸਤੇ ਇਹਨੂੰ ਅਸੀਂ ਡਬਲ ਕਰ ਦਾਂਗੇ ਸੈਕਟਰ। ਸੋ ਡਾਊ, ਜਦੋਂ ਡਿਪਥੋਂਗ ਲੱਗਿਆ ਹੋਵੇ ਸਟੇਟ ਸਟ੍ਰੋਕਸ ਨੂੰ ਜਿਵੇਂ ਕਿ ਡਾਊ, ਤਾਂ ਇਹਨੂੰ ਅਸੀਂ ਟਰ ਵਾਸਤੇ ਡਬਲ ਕਰ ਸਕਦੇ ਹਾਂ ਜਿਵੇਂ ਕਿ ਡਾਊਟਰ। ਸੋ 1, W ਨੂੰ ਐਨ ਹੁੱਕ ਤੇ ਵਾਵਲ 1, ਡਰ ਵਾਸਤੇ ਇਹਨੂੰ ਅਸੀਂ ਡਬਲ ਕਰ ਦਾਂਗੇ ਵੰਡਰ। ਲੇਕਿਨ ਜਿਹੜੇ ਡਾਊਨ ਸਟ੍ਰੋਕਸ ਨੇ ਉਹਨਾਂ ਨੂੰ ਅਸੀਂ ਫਸਟ ਸੈਕਿੰਡ ਥਰਡ ਪਲੇਸ ਵਾਵਲ ਲੱਗਿਆ ਹੋਵੇ ਕੋਈ ਵੀ ਹੋਵੇ ਹਮੇਸ਼ਾ ਲਾਈਨ ਨੂੰ ਕੱਟ ਕੇ ਲਿਖਦੇ ਹਾਂ, ਥਰੂ ਦਾ ਲਾਈਨ ਲਿਖਦੇ ਹਾਂ। ਲੇਕਿਨ ਹੋਰੀਜੈਂਟਲ ਸਟ੍ਰੋਕ ਐਂਡ ਅਪ ਸਟ੍ਰੋਕ ਜਿਹੜੇ ਨੇ ਇਹਨਾਂ ਨੂੰ ਫਸਟ ਸੈਕਿੰਡ ਥਰਡ ਪੋਜੀਸ਼ਨ ਉਸ ਤਰ੍ਹਾਂ ਹੀ ਲਿਖਿਆ ਜਾਂਦਾ ਜਿਵੇਂ ਕਿ ਇਹ ਜਦੋਂ ਸਿੰਗਲ ਹੁੰਦੇ ਆ। ਜਿਵੇਂ ਕਿ ਵਰਡ ਗਰੇਵ, ਸੈਕਿੰਡ ਪਲੇਸ ਵਾਵਲ ਹੈ ਗਰੇਵ, ਲੇਕਿਨ ਨੈਕਸਟ ਹੈਗਾ ਟਰ ਗ੍ਰਾਫਟਰ, ਤਾਂ ਫਸਟ ਪਲੇਸ ਵਾਵਲ ਹੈ ਐਫ ਹੁੱਕ ਲਾ ਕੇ ਗ੍ਰਾਫ ਤੋਂ ਗ੍ਰਾਫਟਰ ਬਣ ਜਾਏਗਾ। ਜੇ ਇਕੱਲਾ ਗ੍ਰਾਫ ਲਿਖਦੇ ਤਾਂ ਅਸੀਂ ਇਸ ਤਰ੍ਹਾਂ ਲਿਖਦੇ, ਬਟ ਟਰ ਵਾਸਤੇ ਇਹਨੂੰ ਅਸੀਂ ਡਬਲ ਕਰ ਦਾਂਗੇ। ਸੋ ਇੰਪਿਊਨ ਅਸੀਂ ਇੰਜ ਲਿਖਦੇ ਹਾਂ IM, ਥਰਡ ਪਲੇਸ ਵਾਵਲ ਹੈ MP ਨੂੰ ਅਸੀਂ M ਨੂੰ ਡਾਰ ਕਰੀਏ ਤਾਂ P ਦੀ ਐਡੀਸ਼ਨ ਹੋ ਜਾਂਦੀ ਹੈ ਤੇ U ਵਾਵਲ ਤੇ N ਹੁੱਕ ਇੰਪਿਊਨ। ਸੋ ਇਸ ਤਰ੍ਹਾਂ ਹੀ ਇੰਪਾਊਂਡਰ, ਪੌਂ, ਡਰ ਵਾਸਤੇ ਅਸੀਂ ਡਬਲ ਕਰ ਦਿੱਤਾ ਇੰਪਾਊਨ, ਬਸ ਟਰ ਵਾਸਤੇ ਡਰ ਵਾਸਤੇ ਡਬਲ ਕਰ ਦਾਂਗੇ ਤਾਂ ਇੰਪਾਊਂਡਰ। ਥਰਡ ਪਲੇਸ ਵਾਵਲ ਹੈ, ਫਿਰ ਵੀ ਅਸੀਂ ਹੋਰੀਜੈਂਟਲ ਸਟ੍ਰੋਕ ਲਾਈਨ ਨੂੰ ਕੱਟ ਕੇ ਥਰੂ ਦਾ ਲਾਈਨ ਨਹੀਂ ਲਿਖ ਸਕਦੇ, ਔਨ ਦਾ ਲਾਈਨ ਹੀ ਲਿਖਾਂਗੇ। ਸੈਂਟਰ ਐਸ ਸਰਕਲ, N ਨੂੰ ਅਸੀਂ ਟਰ ਵਾਸਤੇ ਡਬਲ ਕਰ ਦਾਂਗੇ ਸੈਂਟਰਲ। ਸੈਂਟਰ ਤਾਂ ਲਿਖਿਆ ਹੀ ਅੱਗੇ L ਡਾਊਨਵਰਡ ਯੂਜ਼ ਕਰਾਂਗੇ ਸੈਂਟਰਲ। ਸੋ ਨੈਕਸਟ ਵਰਡ ਹੈ ਐਂਟਰ ਤੇ ਐਂਟਰਿਕ, ਐਂਟਰ ਲਿਖੇ ਇੱਕ ਲਿਖ ਦੇਵਾਂਗੇ ਕੇ ਨਾਲ ਉਹਦੇ, ਤੇ ਪਿਕ ਅਸੀਂ ਲਿਖਦੇ ਹਾਂ ਤੇ ਪਿਕਚਰ, ਪਿਕ ਕ ਨੂੰ ਅਸੀਂ ਚਰ ਵਾਸਤੇ
TURE ਦੀ ਸਾਊਂਡ ਵਾਸਤੇ ਡਬਲ ਕਰ ਦਾਂਗੇ, ਜਿਵੇਂ ਕਿ ਪਿਕਚਰ। ਇਸ ਤਰ੍ਹਾਂ ਹੀ ਫਿਊ ਅਸੀਂ ਇੰਜ ਲਿਖਦੇ ਹਾਂ F ਤੇ U ਵੋਵਲ ਥਰੂ ਦਾ ਲਾਈਨ, ਤਾਂ ਫਿਊਚਰ, ਫਿਊ ਤੋਂ ਅੱਗੇ ਸਾਊਂਡ ਆ ਗਈ ਟਰ ਦੀ, ਚਰ ਦੀ, ਤਾਂ F ਨੂੰ U ਵੋਵਲ ਲਾ ਕੇ ਟਰ ਵਾਸਤੇ ਡਬਲ ਕਰ ਦਾਂਗੇ, ਚਰ ਵਾਸਤੇ ਫਿਊਚਰ। ਸੋ ਇਸੇ ਤਰ੍ਹਾਂ ਹੀ ਨੈਕਸਟ ਵਰਡ ਹੈ ਨੇ, ਨੇਚਰ। ਨੇ ਨੂੰ ਅਸੀਂ ਅੱਗੇ ਡਬਲ ਕਰੀਏ ਚੇਅਰ ਵਾਸਤੇ ਤਾਂ ਨੇਚਰ, ਅਤੇ ਨੈਚੁਰਲ ਵਰਡ ਹੋਵੇ ਤਾਂ ਫਿਰ ਅਸੀਂ L ਅੱਗੇ ਲਗਾ ਦਾਂਗੇ, ਨੇਚਰਲ। ਸੋ ਨੈਕਸਟ ਪੁਆਇੰਟ ਹੈ ਸਟ੍ਰੇਟ ਸਟ੍ਰੋਕਸ ਦੇ ਨਾਲ ਜਦੋਂ ਸ਼ੁਰੂ ਵਿੱਚ ਸਰਕਲ ਲੱਗਿਆ ਹੁੰਦਾ ਹੈ, ਜਿਵੇਂ ਕਿ ਸਕੇਟਰ, ਸਕੇ ਅਸੀਂ ਲਿਖੀਏ ਤਾਂ ਇੰਜ ਲਿਖਾਂਗੇ, ਟਰ ਵਾਸਤੇ ਡਬਲ ਕਰ ਦਾਂਗੇ, ਸਕੇਟਰ। ਜਾਂ ਸਟ੍ਰੇਟ ਸਟ੍ਰੋਕਸ ਦੇ ਨਾਲ ਕੋਈ ਹੋਰ ਸਟ੍ਰੋਕ ਵੀ ਹੋਵੇ ਤਾਂ ਵੀ ਉਹਨੂੰ ਅਸੀਂ, ਜਿਵੇਂ ਕੈਪਟਰ, ਨੈਕਸਟ ਸਟ੍ਰੋਕ ਨੂੰ ਅਸੀਂ ਟਰ ਵਾਸਤੇ ਡਬਲ ਕਰ ਦਾਂਗੇ। ਜਾਂ ਸਟ੍ਰੇਟ ਸਟ੍ਰੋਕਸ ਦੇ ਨਾਲ ਜੇ ਕੋਈ ਸਰਕਲ ਜਾਂ ਸਟ੍ਰੋਕ ਨਹੀਂ ਲੱਗਿਆ ਹੋਇਆ, ਫਿਰ ਇਹਨੂੰ ਅਸੀਂ ਡਬਲ ਨਹੀਂ ਕਰਦੇ, ਫਿਰ ਅਸੀਂ ਪਹਿਲੇ ਰੂਲਾਂ ਮੁਤਾਬਕ ਹੀ ਲਿਖਾਂਗੇ, ਮਤਲਬ ਇਸ ਤਰ੍ਹਾਂ ਨਹੀਂ ਲਿਖਾਂਗੇ। ਸਟ੍ਰੇਟ ਸਟ੍ਰੋਕਸ ਨੂੰ ਅਸੀਂ ਤਾਂ ਹੀ ਡਬਲ ਕਰਦੇ ਹਾਂ ਜੇ ਉਹਦੇ ਨਾਲ ਇਨੀਸ਼ੀਅਲ ਸਰਕਲ ਹੋਵੇ ਜਾਂ ਕੋਈ ਸਟ੍ਰੋਕ ਹੋਵੇ, ਜਾਂ ਐਂਡ ਦੇ ਵਿੱਚ ਫਾਈਨਲ ਹੁੱਕ N ਹੋਵੇ ਜਾਂ ਡਿਪਥੋਂਗ ਹੋਵੇ। ਜਿਵੇਂ ਕਿ ਵੰਡਰ, ਵਨ ਅਸੀਂ ਇੰਜ ਲਿਖਦੇ ਹਾਂ, ਬਟ ਵੰਡਰ N ਹੁੱਕ ਲਾ ਕੇ ਡਰ ਵਾਸਤੇ ਡਬਲ ਕਰ ਦਾਂਗੇ। ਸੋ ਡਾਊ, ਡਾਊਟਰ, ਡਾਊ ਅਸੀਂ ਲਿਖੀਏ ਤਾਂ ਇੰਜ ਲਿਖਦੇ, ਬਟ ਡਾਊਟਰ ਤਾਂ ਇਹਨੂੰ ਡੀ ਨੂੰ ਅਸੀਂ ਆਊ ਲਾ ਕੇ ਟਰ ਵਾਸਤੇ ਡਬਲ ਕਰ ਦਾਂਗੇ। ਬਟ ਜੇ ਵੰਡਰ, ਬਟ ਵੇਡਰ, ਜੇ ਇਹਦੇ ਨਾਲ ਫਾਈਨਲ ਹੁੱਕ ਨਹੀਂ ਹੈਗੀ, ਜਿਵੇਂ ਕਿ ਵੇਡਰ, ਤਾਂ ਫਿਰ ਇਹਨੂੰ ਅਸੀਂ ਡਬਲ ਨਹੀਂ ਕਰਾਂਗੇ, ਯਾਨੀ ਸਿੰਗਲ ਸਟ੍ਰੋਕ ਨੂੰ ਅਸੀਂ, ਸਟ੍ਰੇਟ ਸਟ੍ਰੋਕ ਨੂੰ ਇਸ ਤਰ੍ਹਾਂ ਡਬਲ ਨਹੀਂ ਕਰਾਂਗੇ ਜੇ ਉਹਦੇ ਨਾਲ ਅਟੈਚਮੈਂਟ ਕੋਈ ਨਹੀਂ ਹੈ, ਫਾਈਨਲ ਅਟੈਚਮੈਂਟ ਸਰਕਲ, ਹੁੱਕ ਜਾਂ ਡਿਪਥੋਂਗ। ਜਿਵੇਂ ਕਿ ਪੋਟਰ, ਇਸ ਤਰ੍ਹਾਂ ਹੀ ਇਹਨੂੰ ਵੀ ਅਸੀਂ ਐਂ ਡਬਲ ਨਹੀਂ ਕਰਾਂਗੇ ਕਿਉਂਕਿ ਇਹਦੇ ਨਾਲ ਵੀ ਕੋਈ ਅਟੈਚਮੈਂਟ ਨਹੀਂ। ਜਿਵੇਂ ਕਿ ਦੱਸਿਆ ਹੈ ਕਿ ਸਰਕਲ ਹੋਵੇ ਜਾਂ ਸਟ੍ਰੋਕ ਹੋਵੇ, ਹੁੱਕ ਹੋਵੇ ਜਾਂ ਡਿਪਥੋਂਗ ਹੋਵੇ, ਇਹਨਾਂ ਦੇ ਵਿੱਚ ਨਾ ਸਰਕਲ, ਨਾ ਸਟ੍ਰੋਕ, ਨਾ ਹੁੱਕ, ਨਾ ਡਿਪਥੋਂਗ। ਜਿਵੇਂ ਕਿ ਡਾਟਰ, ਇੱਥੇ ਵੀ ਸਾਡੇ ਕੋਲ ਡੀ ਅਤੇ TR ਡਬਲ ਨਹੀਂ ਕਰਾਂਗੇ। ਜੇ ਅਸੀਂ ਇਸ ਤਰ੍ਹਾਂ ਕਰਾਂਗੇ ਤਾਂ ਇਹ ਗਲਤ ਹੈ, ਕਿਉਂਕਿ ਇੱਥੇ ਕੋਈ ਡਿਪਥੋਂਗ ਨਹੀਂ ਹੈ, ਸਾਡੇ ਕੋਲ ਹੁੱਕ ਨਹੀਂ ਹੈ, ਫਾਈਨਲ ਸ਼ੁਰੂ ਵਿੱਚ ਸਰਕਲ ਨਹੀਂ ਹੈ ਜਾਂ ਸਟ੍ਰੋਕ ਨਹੀਂ ਹੈ। ਸੋ ਇਸ ਤਰ੍ਹਾਂ ਵਰਡ ਹੈਗਾ ਟੈਦਰ, T ਅਤੇ DR, T ਅਤੇ DR, ਟੈਦਰ। ਸੋ ਨੈਕਸਟ ਪੁਆਇੰਟ ਹੈ ਸਾਡੇ ਕੋਲ MP। M ਨੂੰ ਜਦੋਂ ਅਸੀਂ ਡਾਰਕ ਕਰਦੇ ਹਾਂ ਤਾਂ ਉਹਦੇ ਵਿੱਚ P ਦੀ ਐਡੀਸ਼ਨ ਹੋ ਜਾਂਦੀ ਹੈ, ਜਿਵੇਂ ਕਿ ਬੰਪ, B ਅਤੇ M ਨੂੰ ਡਾਰਕ ਕੀਤਾ ਬੰਪ। ਲੇਕਿਨ ਬੰਪਰ, ਜਦੋਂ ਡਾਊਨ ਸਟ੍ਰੋਕ ਤੋਂ ਬਾਅਦ MPR, MP ਨੂੰ ਅਸੀਂ R ਵਾਸਤੇ ਡਬਲ ਕਰ ਸਕਦੇ ਹਾਂ, ਤਾਂ ਬੰਪਰ ਸਾਡੇ ਕੋਲ ਇਹ MPR ਦੀ ਫੋਰਮ ਬਣ ਜਾਏਗੀ। ਬੰਪਰ, ਡਾਊਨ ਸਟ੍ਰੋਕ ਤੋਂ ਬਾਅਦ ਅਸੀਂ ਇਹਦੀ ਡਬਲ ਲੈਂਥ ਯੂਜ਼ ਕਰ ਸਕਦੇ ਹਾਂ, ਜਿਵੇਂ ਕਿ ਵੈਂਪ, ਬਟ ਵੈਂਪਰ ਡਬਲ ਸਟ੍ਰੋਕ ਯੂਜ਼ ਕਰ ਸਕਦੇ ਹਾਂ। MP ਨੂੰ R ਆ ਵਾਸਤੇ ਡਬਲ ਕਰਕੇ, ਅੰਬਰ, MB ਨੂੰ R ਵਾਸਤੇ ਡਬਲ ਕੀਤਾ, ਸਲੰਬਰ, ਬਟ ਅਪ ਸਟ੍ਰੋਕ ਤੋਂ ਬਾਅਦ MBR ਦੀ ਅਸੀਂ ਡਬਲ ਲੈਂਥ ਨਹੀਂ ਯੂਜ਼ ਕਰਾਂਗੇ, ਹੁਕਡ ਫੋਰਮ ਯੂਜ਼ ਕਰਾਂਗੇ, ਸਲੰਬਰ। ਸੋ ਇਸ ਤਰ੍ਹਾਂ ਹੀ ਟੈਂਪਰ ਅਤੇ ਹੈਂਪਰ, ਇਸ ਤਰ੍ਹਾਂ ਹੀ MPR ਦੀ ਜਿਹੜੀ ਹੈ ਹੁਕਡ ਫੋਰਮ ਯੂਜ਼ ਹੁੰਦੀ ਹੈ ਅਪ ਸਟ੍ਰੋਕ ਤੋਂ ਬਾਅਦ, ਅਤੇ ਡਾਊਨ ਸਟ੍ਰੋਕ ਤੋਂ ਬਾਅਦ ਡਬਲ ਲੈਂਥ ਫੋਰਮ MPR ਦੀ ਯੂਜ਼ ਕਰ ਲੈਂਦੇ ਹਾਂ।
ਤੇ ਹੋਰੀਜੈਂਟਲ ਸਟ੍ਰੋਕ ਡਾਊਨ ਸਟ੍ਰੋਕ ਤੋਂ ਬਾਅਦ ਅਸੀਂ ਇਹਦੀ MPR ਦੀ ਡਬਲ ਫਾਰਮ ਯੂਜ਼ ਕਰਦੇ ਹਾਂ, ਲੇਕਿਨ ਅਪ ਸਟ੍ਰੋਕ ਤੋਂ ਬਾਅਦ ਹੁਕਡ ਫਾਰਮ ਯੂਜ਼ ਕਰਦੇ ਹਾਂ MPR ਦੀ, ਤੇ ਹੋਰੀਜੈਂਟਲ ਸਟ੍ਰੋਕ K ਤੋਂ ਬਾਅਦ ਵੀ ਅਸੀਂ ਇਹਦੀ ਹੁਕਡ ਫਾਰਮ ਹੀ ਯੂਜ਼ ਕਰਦੇ ਹਾਂ। ਸੋ ਨੈਕਸਟ ਪੁਆਇੰਟ ਹੈ ਸਾਡੇ ਕੋਲ ਇੰਕਰ NGR ਇੰਗ ਨੂੰ ਜਦੋਂ ਅਸੀਂ ਡਬਲ ਕਰੀਏ ਤਾਂ ਇਹਦੇ ਵਿੱਚ ਕਰ ਔਰ ਗਰ ਦੀ ਐਡੀਸ਼ਨ ਹੋ ਜਾਂਦੀ ਹੈ। ਜੇ ਇਹਨੂੰ ਅਸੀਂ ਹੁੱਕ ਲਾਈਏ ਤਾਂ ਵੀ ਇਹ ਇੰਕਰ ਤੇ ਔਰ ਇੰਗਰ ਬਣ ਜਾਂਦਾ ਹੈ, ਇੰਕਰ ਔਰ ਗਰ। ਤੇ ਜੇ ਇਹਨੂੰ ਡਬਲ ਕਰੀਏ ਤਾਂ ਇਹਦੀ ਫਾਰਮ ਬਣ ਜਾਂਦੀ ਹੈ ਡਬਲ ਪ੍ਰਿੰਸੀਪਲ ਦੇ ਵਿੱਚ। ਤਾਂ ਯੂਜ਼ ਅਸੀਂ ਇਸ ਤਰ੍ਹਾਂ ਕਰਾਂਗੇ, ਇੰਕਰ, ਜਿਵੇਂ ਕਿ ਵਰਡ ਇੰਕਰ, ਇੰਗ ਨੂੰ ਅਸੀਂ ਡਬਲ ਫਾਰਮ ਯੂਜ਼ ਕਰ ਲਾਂਗੇ, ਲਿੰਗਰ L ਤੇ ਇੰਗਰ। ਹੋਰੀਜੈਂਟਲ ਸਟ੍ਰੋਕ ਤੇ ਅਪ ਸਟ੍ਰੋਕ ਤੋਂ ਬਾਅਦ ਜਿਹੜੀ ਇੰਕਰ ਦੀ ਡਬਲ ਲੈਂਥ ਫਾਰਮ ਯੂਜ਼ ਕਰਦੇ ਹਾਂ, ਤੇ ਜਿਵੇਂ ਕਿ ਇੰਗਰਸੋਲ, ਰਿੰਕਰ, ਐਂਕਰੇਜ, ਐਂਕਰ, ਐਂਕਰੇਜ, ਬੰਕਰਿੰਗ, ਬਟ ਸਿੰਕਰ, ਹੋਰੀਜੈਂਟਲ ਸਟ੍ਰੋਕ ਤੇ ਅਪ ਸਟ੍ਰੋਕ ਤੋਂ ਬਾਅਦ ਅਸੀਂ ਇੰਕਰ ਦੀ ਇੰਗਰ ਦੀ ਡਬਲ ਲੈਂਥ ਫਾਰਮ ਯੂਜ਼ ਕਰਦੇ ਹਾਂ ਡਬਲਿੰਗ ਪ੍ਰਿੰਸੀਪਲ ਦੇ ਅਕੋਰਡਿੰਗ। ਹੰਗਰ H ਤੇ NGR ਦੀ ਡਬਲ ਫਾਰਮ ਯੂਜ਼ ਕਰਾਂਗੇ, ਰੈਂਕਰ ਡਬਲ ਫਾਰਮ ਯੂਜ਼ ਕਰਾਂਗੇ, ਬਟ ਡਾਊਨ ਸਟ੍ਰੋਕ ਤੋਂ ਬਾਅਦ ਅਸੀਂ ਇਹਦੀ ਹੁਕਡ ਇੰਕਰ ਔਰ ਇੰਗਰ ਦੀ ਹੁਕਡ ਫਾਰਮ ਯੂਜ਼ ਕਰਾਂਗੇ, ਬੰਕਰ ਇੰਗ, ਜਿਵੇਂ ਕਿ ਬੀ ਅੰਕਰ ਤੇ ਇੰਗ। ਡਰਿੰਕਰ DR, ਫਿਰ ਇੰਕਰ, ਡਰਿੰਕਰ। ਇਸ ਤਰ੍ਹਾਂ ਹੀ ਪਿੰਕਰ P ਤੇ ਇੰਕਰ, ਇਸ ਤਰ੍ਹਾਂ ਹੀ ਕੈਂਕਰ K ਤੇ ਐਂਕਰ। ਸੋ ਹੋਰੀਜੈਂਟਲ ਸਟ੍ਰੋਕ K ਤੋਂ ਬਾਅਦ ਹੁਕਡ ਫਾਰਮ ਹੀ ਯੂਜ਼ ਹੁੰਦੀ ਹੈ, ਤੇ ਡਾਊਨ ਸਟ੍ਰੋਕ ਤੋਂ ਬਾਅਦ ਵੀ ਇਹ ਇੰਕਰ ਦੀ ਇਹ ਹੁਕਡ ਫਾਰਮ ਯੂਜ਼ ਕਰਦੇ ਹਾਂ। ਬਾਕੀ ਜਿਹੜੇ ਹੋਰੀਜੈਂਟਲ ਸਟ੍ਰੋਕਸ ਨੇ ਉਹਨਾਂ ਦੇ ਨਾਲ ਅਸੀਂ ਇਹਦੀ ਡਬਲਿੰਗ ਫਾਰਮ ਯੂਜ਼ ਕਰਦੇ ਹਾਂ, ਤੇ ਅਪ ਸਟ੍ਰੋਕ ਤੋਂ ਬਾਅਦ ਵੀ ਇੰਕਰ ਦੀ ਡਬਲਿੰਗ ਫਾਰਮ ਯੂਜ਼ ਕਰਦੇ ਹਾਂ। ਸੋ ਜਦੋਂ L ਬਿਲਕੁਲ ਅਲੋਨ ਹੈ, ਸਟੈਂਡਿੰਗ ਅਲੋਨ, ਅਤੇ ਉਹਦੇ ਨਾਲ ਕੋਈ ਹੋਰ ਸਟ੍ਰੋਕ ਨਹੀਂ, ਉਹਨੂੰ ਅਸੀਂ ਟਰ ਵਾਸਤੇ ਡਬਲ ਕਰਦੇ ਹਾਂ। ਜਿਵੇਂ ਕਿ ਲੈਟਰ, L ਨੂੰ ਅਸੀਂ ਟਰ ਵਾਸਤੇ ਡਬਲ ਕੀਤਾ, ਜਾਂ L ਦੇ ਨਾਲ S ਸਰਕਲ ਆ ਰਿਹਾ ਹੋਵੇ ਲੈਟਰਸ, ਫਿਰ ਅਸੀਂ ਇਹਨੂੰ ਡਬਲ ਕਰਦੇ ਹਾਂ। ਜਿਵੇਂ ਆਲਟਰ, O ਦਾ ਹੀ ਵੋਵਲ ਜਿਹੜਾ ਹੈ ਇੱਥੇ ਜੁਆਇੰਟਲੀ ਲਿਖ ਦਿੰਦੇ ਹੀ। ਇੱਕ ਵਰਡ ਮੈਨੂੰ ਮਿਲਿਆ ਜਿਹਦੇ 'ਚ ਇਸ ਤਰ੍ਹਾਂ, ਨਹੀਂ ਤਾਂ ਅਸੀਂ ਇਹਨੂੰ ਇਸ ਤਰ੍ਹਾਂ ਲਿਖਾਂਗੇ ਆਲਟਰ। ਇਹਨੂੰ ਅਸੀਂ ਜੁਆਇੰਟਲੀ ਵੀ ਲਿਖ ਸਕਦੇ ਹਾਂ, ਡਿਸਜੁਆਇੰਟ ਕਰਕੇ ਵੀ, ਆਲਟਰ ਔਰ ਆਲਟਰਸ। ਇੱਥੇ ਵੀ ਅਸੀਂ ਇਹਨੂੰ ਚਾਹੀਏ ਤਾਂ ਡਿਸਜੁਆਇੰਟ ਵੀ ਲਿਖ ਸਕਦੇ ਹਾਂ ਔਰ ਜੁਆਇੰਟ ਵੀ। ਬਟ ਡਰ ਔਰ ਦਰ ਵਾਸਤੇ L ਨੂੰ ਅਸੀਂ ਡਬਲ ਨਹੀਂ ਕਰਦੇ। ਜਿਵੇਂ ਕਿ ਲੀਡਰ ਤੇ ਲੈਦਰ, ਟਰ ਵਾਸਤੇ ਡਬਲ ਕਰਦੇ ਹਾਂ, ਜਾਂ S ਸਰਕਲ ਲੱਗਿਆ ਹੋਵੇ ਤਾਂ ਡਬਲ ਕਰਦੇ ਹਾਂ। ਸੋ ਡਬਲ ਵਾਟਰਸ ਵਰਡ ਦੇ ਵਿੱਚ ਜਿਵੇਂ S ਆ ਰਿਹਾ, ਵਾਟਰ ਜੇ ਇਕੱਲਾ ਲਿਖਦੇ ਤਾਂ ਅਸੀਂ ਇਸ ਤਰ੍ਹਾਂ ਲਿਖਦੇ, ਬਟ ਜੇ ਵਾਟਰਸ ਫਿਰ ਅਸੀਂ S ਸਰਕਲ ਯੂਜ਼ ਕਰਾਂਗੇ। ਸੋ ਕਹਿਣ ਦਾ ਭਾਵ ਹੈ ਕਿ ਵੀ ਡਬਲਿੰਗ ਲੈਂਥ ਤੋਂ ਬਾਅਦ ਹੀ ਸਰਕਲ ਪੜ੍ਹਿਆ ਜਾਏਗਾ। ਜਦੋਂ ਵੀ ਡਬਲਿੰਗ ਲੈਂਥ ਤੋਂ ਬਾਅਦ ਸਰਕਲ ਯੂਜ਼ ਕਰਾਂਗੇ ਤਾਂ ਪਹਿਲੇ ਅਸੀਂ ਵਾਟਰ ਪੜ੍ਹਿਆ, ਫਿਰ ਅੱਗੇ S ਆ ਗਿਆ ਤਾਂ ਵਾਟਰਸ, ਪਹਿਲਾਂ ਇਹ ਪੜ੍ਹਾਂਗੇ ਫਿਰ S ਸਰਕਲ ਪੜ੍ਹਾਂਗੇ। ਇਸ ਤਰ੍ਹਾਂ ਹੀ ਵਰਡ ਰੈਂਡਰ,
तो फिर रैंडर तो ही रैंडर्स बनता है, अगे एस सर्कल आ जाता है, फिर असी एस सर्कल पढ़ांगे। पहले डबल लेंथ फॉर्म पढ़ांगे, फिर एस सर्कल पढ़ांगे। राफ्टर ये भी इस तरह ही है, पहला असी डबलिंग लेंथ फॉर्म पढ़ी, फिर राफ्टर्स वास्ते असी जिहड़ा सर्कल आया सी इनू असी हुक दे विच लाता। राफ्टर्स यानी पहले डबल लेंथ पढ़ो फिर सर्कल। रैक्टर्स पहले तो अं रैक्टर पढ़ांगे, फिर अं रैक्टर्स एस सर्कल पढ़ांगे। पिक्चर फिर अं एस अगे आ रहा है पिक्चर्स, डबल लेंथ तो बाद असी एस सर्कल नूं पढ़ांगे। सो जे पास्ट टेंस या वर्ब की सैकेंड फॉर्म जदों हुंदी है उत्थे ये डबलिंग लेंथ डबलिंग प्रिंसीपल रूल अपलाई नहीं हुंदा। जिमें कि पौंडर, पौन असीं इंज लिखते हैं, तो डर वास्ते डबल किया पौंडर, तो लेकिन जे पौंडर्ड तो फिर आपां इनूं इत्थे हाविंग प्रिंसीपल यूज़ करांगे। पौंडर्ड, पौंडर्ड, PN हुक डी ਲਈ इदा किया, RD दी हाफ फॉर्म यूज़ की। आर नूं जो डाउनवर्ड लिखते हैं और थिक भी करते हैं तो डी की एडिशन हो जाती है। पौंडर्ड। कैंटर, के नूं एनू कलाई दा टर वास्ते डबल किया कैंटर, बट कैंटर्ड इत्थे असीं हैविंग प्रिंसीपल यूज़ करांगे। कैंटर्ड, के नूं एन हुक टी ਲਈ अद्धा किया तो RD कैंटर्ड। सो इस तरह ही विंटर, W नूं एन हुक लाई टर ਲਈ डबल किया, बट विंटर्ड सैकेंड फॉर्म ਲਈ असीं इत्थे हाविंग प्रिंसीपल यूज़ करांगे। W नूं एन दी हुक टी ਲਈ अद्धा किया, RD दी हाफ फॉर्म यूज़ की। मैटर वर्ड दे विच M नूं असीं टर वास्ते डबल किया, बट मैटर्ड इत्थे असीं फिर उही हाविंग प्रिंसीपल यूज़ करांगे। M अद्धा T वास्ते, TR अद्धा D वास्ते, मैटर्ड। इस तरह ही वर्ड मैलिंगर, ML ते इंगर, बट मलिंगर्ड ML इंगर्ड, NGR की हाफ फॉर्म यूज़ करांगे इत्थे असीं, तां मलिंगर्ड बन जाएगा ये वर्ड साडा। सो कंकर, के ते इंकर दी हुकड फॉर्म, बट कंकर्ड इंकर नूं असीं डी वास्ते हाफ कर सकते हैं तो हाफ करांगे कंकर्ड। सो इस तरह ही नैक्सट वर्ड है साडे कोल फ्लैटर। जे TR DR DR तो बाद वॉवल आ रहा होवे फिर असीं इनू डबलिंग फॉर्म नूं यूज़ नहीं करते, डबलिंग प्रिंसीपल अपलाई नहीं हुंदा। जिमें कि फ्लैटर डबल कर सकते हैं, बट फ्लैटरी फिर असीं इनू पहले रूलों मुताबिक ही लिखांगे। फ्लैटरी। विंटर, W नूं एन हुक ते टर ਲਈ डबल किया, लेकिन विंटरी W नूं एन हुक टी ਲਈ अद्धा किया तो R अपवर्ड, विंटरी। सो फैदर, F नूं दर वास्ते डबल किया, बट फैदरी F DR स्ट्रोक पूरा यूज़ करांगे। यानी कि डबलिंग प्रिंसीपल अपलाई नहीं हुंदा जो टर डर दर चर तो बाद वॉवल आ रहा होवे। एंगर डबल करांगे, बट एंगरी इत्थे असीं स्ट्रोक पूरा यूज़ करांगे। बल्कि इंग आर दी हुकड फॉर्म भी नहीं यूज़ करांगे, इंग ते गे आर स्ट्रोक यूज़ करांगे, इंगरी। सो इस तरह के वर्ड आ जाते हैं जिथे लाइट साउंड आ रही होंदी है थर दी, तां उत्थे असीं डबलिंग प्रिंसीपल अपलाई नहीं करते, उत्थे डबलिंग प्रिंसीपल अपलाई नहीं हुंदा। जिवें कि पैंथर, PN इथर, पैंथर, बट आर्थर आर्थर इत्थे भी थर दी लाइट साउंड है। दर दी लाइट साउंड थर हुंदी है, थर वास्ते फिर असीं इनूं डबल नहीं करते। पैंथर, आर्थर,
स्ट्रोक पूरा यूज़ करते हैं। सो नैक्सट है कि भी जिमें कि वर्ड पेंटर, फैटर, टेंडर, डाउन स्ट्रोक ਦੇ ਨਾਲ ਚਾਹੇ ਫਸਟ ਪਲੇਸ ਵਾਵਲ ਹੈ, ਚਾਹੇ ਸੈਕਿੰਡ, ਚਾਹੇ ਥਰਡ ਪਲੇਸ, ਇਹ ਹਮੇਸ਼ਾ ਥਰੂ ਦਾ ਲਾਈਨ ਲਿਖਿਆ ਜਾਂਦਾ ਹੈ। ਜਿਵੇਂ ਕਿ ਪੇਂਟਰ पेन लिखना होंदा तो ही ऑन द लाइन लिखते, लेकिन पेंटर टर वास्ते डबल किया, डबल करन तो बाद हमेशा थ्रू द लाइन लिखते हैं डाउन स्ट्रोक नूं। जिमें कि फैटर जे असी एफ नूं डबल करिए सैकेंड फॉर्म वॉवल है भावें, फिर भी असी इनू थ्रू द लाइन लिख रहे हैं। टेंडर टी नूं एनू कला के लिखिए तो टेन, जे डर वास्ते डबल करिए तो इन थ्रू द लाइन नूं कट के ही लिखांगे। टेंडर, पेंडर, फैटर ते टेंडर। होर भी किन्ने वर्ड आएंगे, भावें फस्ट प्लेस वावल हो, चाहे सैकेंड हो, चाहे थर्ड। डाउन स्ट्रोक जेडे है साडे हमेशा लाइन नूं कट के लिखे जाते हैं। तो फिर अगे है होरीजेंटल स्ट्रोक, जिमें कि मैटर एम नूं टर वास्ते डबल किया, फस्ट प्लेस वावल है अबव द लाइन ही लिखांगे। जे सैकेंड प्लेस वावल है जिमें कि मोटर तो ऑन द लाइन ही लिखांगे। जे थर्ड होवे तो भी ऑन द लाइन ही लिखांगे। जे एंटर है वर्ड तो सैकेंड प्लेस वावल ऑन द लाइन। नाइदर है एन आई तो दर वास्ते डबल किया। लाइटर तो अबव द लाइन लिखांगे। लाइटर जिमें कि अप स्ट्रोक ने, इन्हों भी असी जे फस्ट प्लेस वावल है अबव द लाइन लिखांगे। लाइटर जे सैकेंड प्लेस वावल है ऑन द लाइन ही लिखांगे। तो जे थर्ड प्लेस वावल है हिंडर तो थ्रू द लाइन लिखांगे। मतलब जेडे डाउन स्ट्रोक वो हमेशा थ्रू द लाइन लिखे जाते हैं डबलिंग प्रिंसीपल के अकॉर्डिंग। जो इन्होंने अं डबल करते हैं तो चाहे फस्ट प्लेस वावल हो, चाहे सैकेंड, चाहे थर्ड। बट होरीजेंटल स्ट्रोक तो अप स्ट्रोक जिमें कि असी पहला लिखते ही आए हैं उस तरह ही अबव द लाइन, ऑन द लाइन, थ्रू द लाइन लिखांगे। फिर डबलिंग प्रिंसीपल में असी फ्रेजोग्राफी भी यूज़ कर सकते हैं। जिमें कि इनू असी देयर ते दीयर वास्ते यूज़ कर सकते हैं। जिमें इन असी लिखते हैं, जे इन देयर तो देयर वास्ते डबल कर देंगे। आई नो तो आई नो देयर इज़, आई नो देयर तो इज़ वास्ते सर्कल ला देंगे। टेक असी इंज लिखते हैं, लेकिन टेक देयर वे, टेक देयर वास्ते डबल किया तो वे अगे लिखता। आई कैन बी, आई कैन बी, बट आई कैन बी देयर, बी नूं असी देयर वास्ते डबल कर देंगे लास्ट स्ट्रोक नूं। आई कैन बी देयर। हैज़ टू बी, इनू असी थ्रू द लाइन लिखांगे। हैज़ तो टू बी का वो ग्रैमलोग्स नाल जोड़ता, तो देयर वास्ते इनू असी हैज़ टू बी देयर डबल करता। अपॉन ये असी इस तरह लिखते हैं, सैकेंड प्लेस वावल है, लेकिन देयर वास्ते इनू असी डबल कर देंगे अपॉन देयर। जो अभी डबल करते हैं किसी भी स्ट्रोक में, फस्ट सैकेंड थर्ड डबलिंग लेंथ के अकॉर्डिंग हो जाती है। सो इस तो अगे चैप्टर इत्थे साडा कंप्लीट हो जाता है। तो अगे साडे कोल आ जाती वर्ड एक्सरसाइज, ये उस तरह ही करनी है जिमें कि असीं पहला करते आ रहे हैं। एक पेज पर तीन तीन वर्ड लिख लेने हैं, तो फिर उसकी प्रैक्टिस करनी है। फिर अगे अगले पेज पर तीन लिख लो, उसकी प्रैक्टिस करो। फिर अगले अगले इस तरह 91 92 दोनों एक्सरसाइजों की प्रैक्टिस करनी है। फिर अगे ग्रैमलोग आ जाते हैं। ग्रैमलोज के जिमें कि वर्ड साढ़े को ग्रैमलोज फस्ट है चेयर्ड, जे आर नूं डी हुक ला के डी लिए अद्धा कर दिए अबव द लाइन। चेयर्ड, चीयर्ड वास्ते इनू असी ऑन द लाइन लिखांगे। चीयर्ड, हाफ जे आर नूं ऑन द लाइन। सेंट, सेंट वास्ते असी एस सर्कल तो एन नूं टी लिए अद्धा किया अबव द लाइन। थर्ड वास्ते डी आर नूं असी हाफ करके ऑन द लाइन लिखांगे। शॉर्ट वास्ते ईश आर नूं हाफ करांगे तो अबव द लाइन लिखांगे। स्पिरिट, एस सर्कल पी आर हुक वाले पासे ला के टी वास्ते अद्धा किया ऑन द लाइन लिखांगे स्पिरिट वास्ते। यार्ड वास्ते आर डी की हाफ फॉर्म जी है उन्होंने असी अबव द लाइन लिखांगे। वर्ड वास्ते ऑन द लाइन लिखांगे। तो राधर और राइटर वास्ते आर डबल, राधर और राइटर तो आर डबल यूज़ करांगे।
ਵੰਡਰਫੁਲ ਵਾਸਤੇ W ਨੂੰ N ਹੁੱਕ ਡਰ ਵਾਸਤੇ ਡਬਲ ਕਰਕੇ ਵੰਡਰਫੁਲ ਵਾਸਤੇ ਗ੍ਰਾਮਰ ਦੀ ਜਿਹੜੀ ਹੈ ਰਿਪਰੈਜ਼ੈਂਟੇਸ਼ਨ ਕਰਦਾ। ਦੇਅਰਫੋਰ ਵਾਸਤੇ ਦੀ ਆਰ ਨੂੰ ਅਸੀਂ ਡਬਲ ਕਰ ਦਾਂਗੇ ਹੁਕਡ ਫਾਰਮ ਨੂੰ। ਤੇ ਸਕੂਲ ਵਾਸਤੇ ਐਸ ਸਰਕਲ ਤੇ KL ਤੇ ਸਕੂਲਡ ਵਾਸਤੇ SKL ਦੀ ਹਾਫ ਫਾਰਮ ਯੂਜ਼ ਕਰਾਂਗੇ। ਇਸ ਤਰ੍ਹਾਂ ਇਹ ਸਟੂਡੈਂਟ ਸਾਡੇ ਗ੍ਰਾਮਰਸ ਵੀ ਕੰਪਲੀਟ ਹੋ ਜਾਂਦੇ ਆ। ਇਸ ਤੋਂ ਅੱਗੇ ਸਾਡੇ ਕੋਲ 2 ਪੈਰਾਗ੍ਰਾਫ ਆ ਜਾਂਦੇ ਆ 93 94। ਇਹਨਾਂ ਦੀ ਉਸ ਤਰ੍ਹਾਂ ਹੀ ਪ੍ਰੈਕਟਿਸ ਕਰਨੀ, ਇੱਕ ਲਾਈਨ 'ਤੇ ਜਿੰਨੀ ਸ਼ਾਰਟ ਹੈਂਡ ਆਉਂਦੀ ਹੈ ਲਿਖ ਲਓ, ਫਿਰ ਅਗਲੇ 'ਤੇ ਲਿਖ ਲਓ ਜਿੰਨੀ ਵੀ ਆਉਂਦੀ ਹੈ, ਅਤੇ ਇਸ ਤਰ੍ਹਾਂ ਇੱਕ ਪੇਜ ਉਹਨਾਂ ਦੀ ਫਿਰ ਪ੍ਰੈਕਟਿਸ ਕਰੋ। ਫਿਰ ਮੈਂ ਇਹਨਾਂ ਦੀ ਜਲਦੀ ਹੀ ਡਿਕਟੇਸ਼ਨ ਜਿਹੜੀ ਹੈ 93 ਐਂਡ 94 ਐਕਸਰਸਾਈਜ਼ ਦੀ ਅਪਲੋਡ ਕਰ ਦਿਆਂਗਾ। ਜੇ ਤੁਹਾਨੂੰ ਇਹ ਮੇਰਾ ਚੈਨਲ ਅੱਛਾ ਲੱਗਿਆ ਹੋਵੇ, ਮੈਥਡ ਅੱਛਾ ਲੱਗਿਆ ਹੋਵੇ, ਜੇ ਹੁਣ ਤੱਕ ਨਹੀਂ ਸਬਸਕ੍ਰਾਈਬ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਦੇਣਾ, ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਦੇਣਾ। ਫਿਰ ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਡੋਂਟ ਵਰੀ, ਬੀ ਹੈਪੀ।